आनंद आनंद सब को कहे, आनंद गुरु ते जानिया। जानिया आनंद सदा गुर ते, किरपा करे प्यारिया। आनंद आनंद सब को कहे, आनंद गुरु ते जानिया। जानिया आनंद सदा गुर ते, किरपा करे प्यारिया। कर किरपा किल विख कटे, ज्ञान अंजन सारिया। अंदरों जिनका मोह टूटा, तिनका शब्द सच्चै सवारिया। कह नानक ए आनंद है, आनंद गुर ते जानिया। अंदरों जिनका मोह टूटा, तिनका शब्द सच्चै सवारिया। कह नानक ए आनंद है, आनंद गुर ते जानिया। वाहिगुरु जी का खालसा, वाहिगुरु जी की फतेह। जुग जुग अटल सतगुरु चौर छत्र तखत ते मालक दसां पातशाहियां दी जोत। गरीब नवाज भगत वत्सल पतित पावन धन गुरु ग्रंथ साहिब जी महाराज जी दी पावन पवित्र मुबारक अमृतमयी हजूरी विखे चरण शरण विखे जुड़ मिल बैठी सन्मान सत्कार योग गुरु रूप साध संगत। सतगुरु जी ने बेअंत बेअंत रहमतां बख्शिशां वरताइयां हन। पावन दरबार दी दात बख्शिश कीती है, वडभागी हर संगत पावैं। भागहीन भ्रम चोटा खावैं, बिन भागां सत संग न लभै। बिन संगत मैल भरीजै जीओ। गुर संगत की दात मिलती है वडभागियां नूं, और गुर संगत की बरकत सदका मन निर्मल और टिकाच आउंदा है। गुर संगत तो बिना मन मैला है, मन भटकना च है। बेअंत वडियाई गुर संगत दी सतगुरु ने सानू समझाई है, सिखाई है, समझाई है। सतगुरु जी की मेहर रहमत बख्शिश गुरु चरना च जुड़े पावन पवित्र बाणी दे अमृतमयी कीर्तन गुरु घर दे सन्मान सत्कारयोग कीर्तनियां पासों आप जी ने श्रवण कीते ने। उपरंत समा होया है गुरबाणी विचार दा, और तीजे पातशाह जी गुरु अमरदास साहिब जियां दी पावन पवित्र रसना तो उचारण कीती हुई अमृतमयी बाणी। आनंद साहिब जी की 7वीं पौड़ी का पाठ आप जी ने श्रवण किया है। पिछलियां 6 पौड़ियां की विचार पिछलेरे दीवाना च आप जी ने लगातार श्रवण की है।
ਧੰਨ ਗੁਰੂ ਅਮਰਦਾਸ ਸਾਹਿਬ ਜੀ ਇਸ ਬਾਣੀ ਅੰਦਰ ਆਨੰਦ ਦੀ ਗੱਲ ਕਰ ਰਹੇ ਨੇ। ਪ੍ਰਥਮ ਉਹਨਾਂ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੋਂ ਸ਼ੁਰੂਆਤ ਕੀਤੀ, ਆਰੰਭਤਾ ਕੀਤੀ। ਤੇ ਕੱਲ ਜਿਹੜੀ ਵਿਚਾਰ ਆਪ ਜੀ ਨੇ 6ਵੀਂ ਪੌੜੀ ਦੀ ਸ਼ਰਵਣ ਕੀਤੀ ਸੀ, ਉੱਥੇ ਸਤਿਗੁਰੂ ਨੇ ਸਮਝਾਇਆ ਕਿ ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਸੱਚੇ ਦੀ ਲਿਵ ਤੋਂ ਬਿਨਾ, ਧਿਆਨ ਤੋਂ ਬਿਨਾ, ਸਿਮਰਨ ਤੋਂ ਬਿਨਾ ਇਹ ਕਾਇਆ ਨਿਮਾਣੀ ਹੈ। ਤੇ ਨਿਮਾਣੀ, ਨਿਤਾਣੀ ਤੇ ਕਮਜ਼ੋਰ ਕਾਇਆ ਆਨੰਦ ਅਵਸਥਾ ਤੱਕ ਪਹੁੰਚ ਨਹੀਂ ਸਕਦੀ ਹੈ। ਤੇ ਉਹਦੇ ਲਈ ਫਿਰ ਸਤਿਗੁਰੂ ਨੇ ਕਿਹਾ ਕਿ ਜੇ ਕਾਇਆ ਨਿਮਾਣੀ ਹੋ ਗਈ, ਜਿਵੇਂ ਕਮਜ਼ੋਰ ਬੰਦਾ ਹੈ ਤੇ ਕਮਜ਼ੋਰ ਬੰਦਾ ਸਖਤ ਮੁਕਾਬਲਾ ਜਿੱਤ ਨਹੀਂ ਸਕਦਾ ਕਿਉਂਕਿ ਕਮਜ਼ੋਰ ਹੈ। ਉਹਦੇ ਲਈ ਫਿਰ ਉਹਨੂੰ ਸਹਾਰੇ ਦੀ ਲੋੜ ਪੈਂਦੀ ਹੈ। ਤੇ ਇਹ ਨਿਮਾਣੀ ਨਿਤਾਣੀ ਕਾਇਆ ਨੂੰ ਸਹਾਰਾ ਕਿਹਦਾ ਹੈ? ਗੁਰ ਸ਼ਬਦ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਇਸ ਕਰਕੇ ਮਾਲਕ ਅੱਗੇ ਮਹਾਰਾਜ ਕਹਿੰਦੇ ਬੇਨਤੀ ਕਰਨੀ ਹੈ ਕਿ ਕਿਰਪਾ ਕਰ ਬਨਵਾਰੀਆ। ਔਰ ਜਦੋਂ ਬੇਨਤੀ ਕਰਾਂਗੇ ਫਿਰ ਸ਼ਬਦ ਲਾਗ ਸਵਾਰੀਆ। ਮਾਲਕ ਰਹਿਮਤ ਕਰਕੇ ਸ਼ਬਦ ਦਾ ਸਹਾਰਾ ਦੇ ਕੇ ਕਾਇਆ ਨੂੰ ਸਵਾਰ ਦੇਣਗੇ, ਤਕੜੀ ਬਣਾ ਦੇਣਗੇ, ਜਿਹੜੀ ਕਾਇਆ ਲਿਵ ਤੋਂ ਬਿਨਾਂ ਨਿਮਾਣੀ ਹੋ ਗਈ ਸੀ। ਇਦੋਂ ਅੱਗੇ ਅੱਜ 6ਵੀਂ ਪੌੜੀ ਅੰਦਰ ਸਤਿਗੁਰੂ ਗੱਲ ਕਰ ਰਹੇ ਨੇ ਕਿ ਵੇਖੋ ਆਨੰਦ ਕੀ ਹੈ। ਆਨੰਦ ਨੂੰ ਜਾਣਿਆ ਤੇ ਸਮਝਿਆ ਕਿੱਦਾਂ ਜਾ ਸਕਦਾ ਹੈ? ਕਿਉਂਕਿ ਅਸੀਂ ਸੰਸਾਰੀ ਬਿਰਤੀ ਵਾਲੇ, ਅਲਪੱਗ ਬਿਰਤੀ ਵਾਲੇ, ਘੱਟ ਸਮਝ ਵਾਲੇ ਜਿਹੜੇ ਜੀਵ ਹਾਂ, ਸਾਨੂੰ ਨਾ ਪੂਰੀ ਤਰ੍ਹਾਂ ਸੁੱਖ ਦੀ ਸਮਝ ਹੈ, ਨਾ ਸਾਨੂੰ ਆਨੰਦ ਦੀ ਸਮਝ ਹੈ। ਤੇ ਹੁੰਦਾ ਕੀ ਹੈ, ਜੀਵਨ ਦੀਆਂ ਛੋਟੀਆਂ ਛੋਟੀਆਂ ਪ੍ਰਾਪਤੀਆਂ ਹੁੰਦੀਆਂ ਨੇ, ਅਸੀਂ ਕਹਿ ਦਿੰਦੇ ਹਾਂ ਜੀ ਆਨੰਦ ਆ ਗਿਆ, ਆਨੰਦ ਮਿਲ ਗਿਆ। ਪਰ ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਆਨੰਦ ਹੁੰਦਾ ਨਹੀਂ ਹੈ ਜਿਹਨੂੰ ਅਸੀਂ ਆਨੰਦ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਆਨੰਦ ਸਮਝਿਆ ਹੈ। ਵੈਸੇ ਸਾਡੀ ਪੰਜਾਬੀ ਭਾਸ਼ਾ ਦੇ 94 ਸ਼ਬਦਾਂ ਦੇ ਵਿੱਚੋਂ ਆਨੰਦ ਇੱਕ ਉਹ ਸ਼ਬਦ ਹੈ ਜਿਹਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ। ਸੁੱਖ ਦਾ ਵਿਰੋਧੀ ਹੈ ਦੁੱਖ, ਖੁਸ਼ੀ ਦਾ ਵਿਰੋਧੀ ਹੈ ਗਮੀ, ਪਰ ਆਨੰਦ ਉਹ ਸ਼ਬਦ ਹੈ ਜਿਹਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ। ਅਸੀਂ ਆਨੰਦ ਅਵਸਥਾ ਤੱਕ ਪਹੁੰਚੀਏ, ਇਹਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਰਾਹੀਂ ਬਹੁਤ ਉਪਦੇਸ਼ ਸਾਨੂੰ ਬਖਸ਼ੇ ਨੇ ਤੇ ਕੁਝ ਸਮਝ ਸਾਨੂੰ ਬਾਹਰੀ ਤੌਰ ਤੇ ਵੀ ਗੁਰੂ ਮਹਾਰਾਜ ਜੀ ਨੇ ਬਖਸ਼ੀ ਹੈ। ਕਿਉਂਕਿ ਖਾਲਸਾ ਆਨੰਦਪੁਰ ਦਾ ਵਾਸੀ ਹੈ ਤੇ ਆਨੰਦਪੁਰ ਦੇ ਵਾਸੀ ਹੋਣ ਦਾ ਭਾਵ ਹੈ ਕਿ ਖਾਲਸੇ ਦਾ ਨਿਵਾਸ ਉੱਥੇ ਹੈ ਜਿੱਥੇ ਆਨੰਦ ਹੀ ਆਨੰਦ ਹੈ। ਹਾਲਾਂਕਿ ਮਹਾਰਾਜ ਨੇ ਵੇਖੋ ਆਨੰਦਪੁਰ ਵਸਾਉਣ ਤੋਂ ਪਹਿਲਾਂ ਕੀਰਤਪੁਰ ਵਸਾਇਆ ਹੈ। ਤੇ ਵਿਚਾਰਵਾਨ ਜਦੋਂ ਵਿਖਿਆਨ ਵਿਆਖਿਆ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਅਸਲ ਦੇ ਵਿੱਚ ਰਸਤਾ ਹੈ। ਜਿਵੇਂ ਅਸੀਂ ਇੱਥੋਂ ਆਨੰਦਪੁਰ ਜਾਣਾ ਹੋਵੇ ਤੇ ਹੁਣ ਤਾਂ ਭਾਵੇਂ ਆਨੰਦਪੁਰ ਸਾਹਿਬ ਨੂੰ ਹੋਰ ਵੀ ਕਈ ਰਸਤੇ ਬਣ ਚੁੱਕੇ ਹਨ, ਸ਼ਹਿਰ ਨੂੰ ਜਾਣ ਦੇ ਰਸਤੇ ਤੇ ਅਨੇਕਾਂ ਬਣ ਗਏ, ਪਰ ਜੇ ਆਨੰਦ ਤੱਕ ਪਹੁੰਚਣਾ ਹੈ ਫਿਰ ਰਸਤਾ ਅਜੇ ਵੀ ਉਹੀ ਹੈ। ਆਨੰਦਪੁਰ ਤੱਕ ਜੇ ਜਾਣਾ ਹੈ ਤੇ ਕੀਰਤਪੁਰ ਦੇ ਰਸਤੇ ਤੋਂ ਲੰਘ ਕੇ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਜੇ ਆਨੰਦ ਦੀ ਅਵਸਥਾ ਤੱਕ ਪਹੁੰਚਣਾ ਹੈ, ਗੁਰੂ ਮਹਾਰਾਜ ਕਹਿੰਦੇ ਫਿਰ ਕੀਰਤੀ ਦੇ ਰਸਤੇ ਤੋਂ, ਭਗਤੀ ਦੇ ਰਸਤੇ ਤੋਂ, ਸਿਮਰਨ ਦੇ ਲਿਵ ਦੇ ਰਸਤੇ ਤੋਂ ਲੰਘ ਕੇ ਜਾਣਾ ਪਵੇਗਾ। ਫਿਰ ਤੂੰ ਆਨੰਦਪੁਰ ਦਾ ਵਾਸੀ ਬਣ ਸਕਦਾ ਹੈ। ਤੇ ਜਿਹੜੇ ਵੇਖੋ ਸੱਚੀ ਮੁੱਚੀ ਆਨੰਦਪੁਰ ਦੇ ਵਾਸੀ ਬਣ ਗਏ, ਉਹਨਾਂ ਨੇ ਕੋਈ ਛੋਟੇ ਛੋਟੇ ਸੁੱਖਾਂ ਨੂੰ ਆਨੰਦ ਨਹੀਂ ਕਿਹਾ ਤੇ ਵੱਡੇ ਵੱਡੇ ਦੁੱਖਾਂ ਨੂੰ ਵੀ ਉਹਨਾਂ ਨੇ ਦੁੱਖ ਨਹੀਂ ਕਿਹਾ, ਵਿਪਤਾ ਨਹੀਂ ਕਿਹਾ, ਕਿਉਂਕਿ ਉਹ ਆਨੰਦਪੁਰ ਦੇ ਵਾਸੀ ਬਣ ਗਏ ਸਨ। ਇੱਕ ਆਪਾਂ ਸਾਹਿਬਜ਼ਾਦਿਆਂ ਦੀ ਵਾਰਤਾ ਪਹਿਲਾਂ ਵੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਕਿ ਵੇਖੋ ਆਨੰਦ
ਜੇ ਇਤਿਹਾਸ ਚੋਂ ਉਹ ਆਨੰਦ ਦਾ ਸਿਖਰ ਵੇਖਣਾ ਹੈ। ਜਲਾਦ ਬੱਧਾ ਹੁਕਮ ਦਾ, ਇੱਟਾਂ ਤਾਂ ਚਿਣਨ ਲੱਗ ਪਿਆ, ਪਰ ਫਤਿਹ ਸਿੰਘ ਵੱਲ ਵੇਖ ਕੇ ਅੱਖਾਂ 'ਚੋਂ ਪਾਣੀ ਵਗ ਗਿਆ। ਜਦੋਂ ਉਹਨਾਂ ਨੇ ਹਕੂਮਤ ਨੇ ਕਿਹਾ, ਵਜ਼ੀਰ ਖਾਨ ਨੇ, ਸੁੱਚੇ ਨੰਦ ਨੇ, ਹੋਰ ਪਾਪੀ ਜਿਹੜੇ ਦਰਬਾਰੀ ਸਨ, ਕਿ ਬਾਸ਼ਲ ਬੇਗ ਜਲਾਦ ਨੂੰ ਕਿ ਇੱਟ ਨਹੀਂ ਤੋੜਨੀ ਹੈ, ਬੱਚਿਆਂ ਦੇ ਗਿੱਟਿਆਂ ਗੋਡਿਆਂ ਤੇ ਤੇਸੀਆਂ ਮਾਰੋ। ਬੱਚਿਆਂ ਦੇ ਗਿੱਟਿਆਂ ਤੇ ਤੇਸੀਆਂ ਮਾਰੀਆਂ ਗਈਆਂ, ਬੱਚਿਆਂ ਦੇ ਪੈਰ ਲੱਤਾਂ ਲਹੂ ਲੁਹਾਨ ਹੋ ਗਈਆਂ। ਛੋਟੇ ਛੋਟੇ ਮਾਸੂਮ ਬੱਚੇ ਸਨ। ਬਾਬਾ ਫਤਿਹ ਸਿੰਘ ਉਮਰ ਕੀ ਹੈ, 6-7 ਵਰਿਆਂ ਦੀ ਉਮਰ, ਤੇ ਛੋਟਾ ਜਿਹਾ ਬੱਚਾ ਕਿੰਨਾ ਪਿਆਰਾ। ਹਰ ਇੱਕ ਗੱਲ ਕੇਵਲ ਮਨੁੱਖੀ ਬੱਚੇ ਦੀ ਵੀ ਨਹੀਂ ਹੈ, ਹਰ ਪਸ਼ੂ ਪੰਛੀ ਜਾਨਵਰ ਦਾ ਵੀ ਬੱਚਾ ਹੋਵੇ ਛੋਟਾ ਜਿਹਾ ਤੇ ਬੜਾ ਪਿਆਰਾ ਲੱਗਦਾ ਹੈ। ਤੇ ਉਹ ਦਸਮ ਪਾਤਸ਼ਾਹ ਜੀ ਦਾ ਬੱਚਾ ਬਾਬਾ ਫਤਿਹ ਸਿੰਘ ਕਿੰਨਾ ਪਿਆਰਾ ਹੋਵੇਗਾ, ਕਿੰਨਾ ਉਸ ਬੱਚੇ ਦੇ ਚਿਹਰੇ ਤੇ ਨੂਰ ਜਾਹੋ ਜਲਾਲ ਹੋਏਗਾ, ਕਿੰਨੀ ਸੁੰਦਰਤਾ ਹੋਏਗੀ ਉਸ ਬੱਚੇ ਦੀ। ਪਰ ਦ੍ਰਿੜਤਾ ਵੀ ਕਿੰਨੀ ਹੈ। ਜ਼ਾਲਮ ਨੇ ਤੇਸੀ ਮਾਰੀ ਬੱਚੇ ਦੇ ਗੋਡਿਆਂ ਤੇ, ਲਹੂ ਲੁਹਾਨ ਹੋ ਗਿਆ ਬੱਚਾ 6 ਵਰਿਆਂ ਦਾ। ਤੇ ਬੱਚਾ ਸਾਹਿਬਜ਼ਾਦਾ ਫਿਰ ਵੀ ਦ੍ਰਿੜ ਹੈ, ਫਿਰ ਵੀ ਦ੍ਰਿੜ ਹੈ। ਮਾਰਨ ਵਾਲੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਹੈ, ਪਰ ਜਿਹੜਾ ਸੱਟਾਂ ਸਹਿੰਦਾ ਪਿਆ ਹੈ ਉਹ ਐਨ ਅਡੋਲ ਹੈ। ਉਹ ਵਿਦਵਾਨ ਕਵੀ ਨੇ ਬੜੀਆਂ ਸੋਹਣੀਆਂ ਭਾਵਪੂਰਕ ਸਤਰਾਂ ਲਿਖੀਆਂ ਨੇ ਕਿ ਜਲਾਦ ਬੱਧਾ ਹੁਕਮ ਦਾ, ਇੱਟਾਂ ਤਾਂ ਚਿਣਨ ਲੱਗ ਪਿਆ, ਫਤਿਹ ਸਿੰਘ ਵੱਲ ਵੇਖ ਕੇ ਅੱਖਾਂ 'ਚੋਂ ਪਾਣੀ ਵਗ ਗਿਆ। ਬੋਲਿਆ, ਓਏ ਬੱਚਿਓ ਅਣਿਆਈ ਮੌਤ ਕਿਉਂ ਮਰਦੇ ਹੋ, ਕੁਝ ਖੌਫ ਖਾਓ ਮੌਤ ਦਾ, ਗੱਲ ਮੰਨ ਲਓ ਸ਼ਰੀਕ ਦੀ, ਬੈਠੀ ਕਲੇਜਾ ਪਕੜ ਕੇ ਹੋਵੇਗੀ ਮਾਂ ਉਡੀਕ ਦੀ। ਬੱਚਿਓ ਜੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਹੈ ਤੇ ਆਪਣੀ ਮਾਂ ਦੀ ਚਿੰਤਾ ਕਰੋ, ਦਾਦੀ ਦੀ ਚਿੰਤਾ ਕਰੋ, ਉਡੀਕ ਰਹੀ ਹੋਏਗੀ ਕਦੋਂ ਮੇਰੇ ਪੋਤੇ ਆਉਣਗੇ, ਮੇਰੇ ਸੀਨੇ ਠੰਡ ਪਾਉਣਗੇ। ਪਰ ਹੁਣ ਉਹ ਫਤਿਹ ਸਿੰਘ ਕਿਹੜੀ ਅਵਸਥਾ 'ਚ ਵਿਚਰ ਰਿਹਾ ਹੈ, ਜਿਹਨੂੰ ਦੁੱਖ ਨਹੀਂ। ਬੰਦਾ ਅਸੀਂ ਵੇਖੋ ਮਾਮੂਲੀ ਦੁੱਖ ਤੇ ਵੀ ਤੜਫ ਉੱਠਦੇ ਹਾਂ। ਮਾਮੂਲੀ ਜਿਹਾ ਦੁੱਖ ਹੁੰਦਾ ਜਿਹਦਾ ਸਾਨੂੰ ਵੀ ਪਤਾ ਹੁੰਦਾ ਕਿ ਬਸ ਜੀ 1-2 ਦਿਨਾਂ ਦੀ ਖੇਡ ਹੈ, ਜੇ ਜ਼ਖਮ ਹੋਇਆ ਤੇ ਇਹਨੇ 2-4 ਦਿਨਾਂ ਦੇ ਵਿੱਚ ਠੀਕ ਹੋ ਜਾਣਾ। ਜੇ ਬਿਮਾਰੀ ਕੋਈ ਆਈ ਹੈ, ਕੋਈ ਨਾ ਇਲਾਜ ਹੈ, 2-4 ਦਿਨਾਂ ਦੀ ਗੱਲ ਹੈ, ਫਿਰ ਵੀ ਬੰਦਾ ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਏ। ਇੱਦਾਂ ਹਾਏ ਹਾਏ ਕਰਦਾ ਜਿੱਦਾਂ ਪਤਾ ਨਹੀਂ ਦੁਨੀਆ ਭਰ ਦੀ ਵਿਪਤਾ ਹੀ ਇਹਦੇ ਸਿਰ ਤੇ ਆਣ ਪਈ ਹੈ। ਪਰ ਧੰਨ ਉਹ ਸਾਹਿਬਜ਼ਾਦਾ ਜਿਹਦੇ ਉੱਤੇ ਵਾਕਿਆ ਹੀ ਦੁਨੀਆ ਭਰ ਦੀ ਵਿਪਤਾ ਵੀ ਆਣ ਪਈ, ਪਰ ਫਿਰ ਵੀ ਮੁਸਕਰਾਉਂਦਾ ਪਿਆ। ਇਹੀ ਹੈ ਮਹਾਰਾਜ ਕਹਿੰਦੇ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੇ ਨਹੀਂ ਵਿਯੋਗ। ਆਨੰਦ ਹੈ ਉਹ ਐਸੇ ਕਰ। ਜਲਾਦ ਕਹਿਣ ਲੱਗਾ, ਕੁਝ ਖੌਫ ਖਾਓ ਮੌਤ ਦਾ, ਗੱਲ ਮੰਨ ਲਓ ਸ਼ਰੀਕ ਦੀ, ਬੈਠੀ ਕਲੇਜਾ ਪਕੜ ਕੇ ਹੋਵੇਗੀ ਮਾਂ ਉਡੀਕ ਦੀ। ਤਾਂ ਫਤਿਹ ਸਿੰਘ ਬੋਲਿਆ, ਸੁਣ ਉਹ ਜਲਾਦਾ ਭੋਲਿਆ, ਤੂੰ ਕਾਰ ਆਪਣੀ ਕਰੀ ਜਾ, ਚਿੱਤ ਕਾਸੇ ਨੂੰ ਹੈ ਡੋਲਿਆ। ਬਾਬਾ ਫਤਿਹ ਸਿੰਘ ਕਹਿਣ ਲੱਗਾ, ਜਿਹੜਾ ਤੂੰ ਕੰਮ ਕਰਨਾ ਤੂੰ ਕਰੀ ਜਾ, ਜਿਹੜਾ ਕੰਮ ਸਾਡੇ ਜਿੰਮੇ ਅਸੀਂ ਆਪਣਾ ਨਿਭਾਉਂਦੇ ਪਏ ਤੂੰ ਆਪਣਾ ਨਿਭਾ। ਤੂੰ ਕਿਉਂ ਡੋਲਦਾ ਪਿਆ? ਜਦੋਂ ਅਸੀਂ ਮਰਨ ਵਾਲੇ ਨਹੀਂ ਡੋਲਦੇ ਪਏ ਆ, ਤੂੰ ਮਾਰਨ ਵਾਲਾ ਕਿਉਂ ਡੋਲ ਰਿਹਾ ਹੈ? ਇਹ ਵੇਖੋ, ਇਹ ਹੈ ਆਨੰਦ ਦਾ ਸਿਖਰ, ਦ੍ਰਿੜਤਾ। ਜਿਹੜੀ ਗੱਲ ਕਬੀਰ ਸਾਹਿਬ ਕਹਿੰਦੇ, ਜਿਸ ਮਰਨਾ ਤੇ ਜੱਗ ਡਰੈ, ਮੇਰਾ ਮਨ ਆਨੰਦ ਮਾਰ ਦਵੋ। ਮੈਂ ਉਸ ਮੌਤ ਨੂੰ ਵੀ ਆਨੰਦ ਸਮਝ ਕੇ ਝੋਲੀ ਪਵਾਉਣਾ ਹਾਂ, ਕਿਉਂਕਿ ਪਤਾ ਲੱਗ ਗਿਆ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹ ਸਾਹਿਬਜ਼ਾਦਾ ਬੋਲਿਆ, ਸੁਣ ਉਹ ਜਲਾਦਾ ਭੋਲਿਆ, ਤੂੰ ਕਾਰ ਆਪਣੀ ਕਰੀ ਜਾ, ਚਿੱਤ ਕਾਸੇ ਨੂੰ ਹੈ ਡੋਲਿਆ। ਸਾਡੇ ਘਰ ਆਨੰਦ ਹੈ, ਸੋਗ ਦੀ ਕੋਈ ਥਾਂ ਨਹੀਂ, ਬੈਠੇ ਕਲੇਜਾ ਪਕੜ ਕੇ ਐਸੀ ਵੀ ਸਾਡੀ ਮਾਂ ਨੇ। ਕਹਿਣ ਲੱਗੇ, ਸਾਡੇ ਘਰ ਤਾਂ ਹਮੇਸ਼ਾ ਹੀ ਆਨੰਦ ਦਾ ਵਰਤਾਰਾ, ਸੋਗ ਦੀ ਕੋਈ ਥਾਂ ਨਹੀਂ ਹੈ ਉਸ ਘਰ ਵਿਖੇ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਤੇ ਵੇਖੋ, ਜਿਹੜੇ ਫਿਰ ਉਸ ਘਰ ਦੇ ਨਾਲ ਜੁੜ ਜਾਂਦੇ ਨੇ ਉਹ ਵੀ ਫਿਰ ਉਸੇ ਤਰ੍ਹਾਂ ਆਨੰਦ ਦੇ ਵਾਸੀ ਬਣਦੇ ਨੇ, ਆਨੰਦ ਭਰਪੂਰ ਬਣਦੇ ਨੇ। ਤੇ ਗੁਰੂ ਨੇ ਰਹਿਮਤ ਕਰਕੇ ਸਾਨੂੰ ਆਨੰਦਪੁਰ ਦੇ ਵਾਸੀ ਬਣਾਇਆ ਕਿ ਸਾਡਾ ਜੀਵਨ ਆਨੰਦ ਭਰਪੂਰ ਰਵੇ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ, ਕਹਿੰਦੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ।
ਕਹਿੰਦੇ ਬਾਹਰੋਂ ਆਨੰਦ ਦੀਆਂ ਬਾਤਾਂ ਵੇਖੋ ਸਾਰੇ ਕਰਦੇ ਹਨ, ਪਰ ਅਸਲ ਦੇ ਵਿੱਚ ਜੋ ਆਨੰਦ ਹੈ ਨਾ, ਆਨੰਦ ਦੀ ਸਮਝ ਪੂਰੇ ਗੁਰੂ ਰਾਹੀਂ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਕਿਰਪਾ ਕਰਦੇ ਨੇ। ਕਿਉਂਕਿ ਆਨੰਦ ਤੱਕ ਪਹੁੰਚਣ ਦੇ ਲਈ ਵਿੱਚ ਕੁਝ ਰੁਕਾਵਟਾਂ, ਜਾਂ ਇੱਦਾਂ ਕਹਿ ਲਈਏ ਸਤਿਗੁਰੂ ਨੇ ਇੱਕ ਜਗ੍ਹਾ ਜ਼ਿਕਰ ਵੀ ਕੀਤਾ ਹੈ ਕਿ ਇੱਦਾਂ ਸਮਝੋ ਕਿ ਸਾਡੇ ਤੇ ਮਾਲਕ ਦੇ ਵਿੱਚ ਜਾਂ ਆਨੰਦ ਅਵਸਥਾ ਦੇ ਵਿੱਚ ਇੱਕ ਪਰਦਾ ਹੈ। ਜਿੰਨੀ ਦੇਰ ਤੱਕ ਉਹ ਵਿਚਲਾ ਪਰਦਾ ਨਹੀਂ ਹਟਦਾ ਹੈ, ਉਨੀ ਦੇਰ ਤੱਕ ਅਸੀਂ ਆਨੰਦ ਅਵਸਥਾ ਨੂੰ ਜਾਣ ਨਹੀਂ ਸਕਦੇ ਆ, ਆਨੰਦ ਨੂੰ ਮਾਣ ਨਹੀਂ ਸਕਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਕਹਿੰਦੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਸਾਡੇ ਤੇ ਕਹਿੰਦੇ ਮਾਲਕ ਨੇ ਇਦਾਂ ਦਾ ਪਰਉਪਕਾਰ ਕੀਤਾ, ਬਖਸ਼ਿਸ਼ ਰਹਿਮਤ ਕੀਤੀ ਕਿ ਪੰਚ ਦੋਖ ਅਰ ਅਹੰਗ ਰੋਗ, ਜਿਹੜੇ ਪੰਜ ਵਿਕਾਰ ਹਉਮੈ ਦਾ ਰੋਗ ਸੀ, ਇਹ ਤਨ ਤੇ ਸਗਲ ਦੂਰ ਕੀਨ। ਮਾਲਕ ਨੇ ਰਹਿਮਤ ਕਰਕੇ ਇਹਨਾਂ ਨੂੰ ਸਾਡੇ ਜੀਵਨ ਚੋਂ ਕੱਢ ਦਿੱਤਾ ਹੈ। ਜਿਵੇਂ ਪਿੱਛੇ ਆਪਾਂ ਬਚਨ ਪੜ੍ਹ ਕੇ ਆਏ ਨਾ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਉਹ ਹੁਣ ਜੀਵਨ 'ਚ ਉਹਨਾਂ ਵਿਕਾਰਾਂ ਦਾ ਪ੍ਰਭਾਵ ਨਹੀਂ ਰਿਹਾ। ਕਦੋਂ ਇਹ ਪ੍ਰਭਾਵ ਖਤਮ ਹੋਇਆ? ਜਦੋਂ ਮਾਲਕ ਨੇ, ਗੁਰੂ ਨੇ ਕਿਰਪਾ ਕੀਤੀ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਇੱਥੇ ਗੁਣ ਦਾ ਮਤਲਬ ਹੈ ਕਿਰਪਾ, ਪਰਉਪਕਾਰ। ਫਿਰ ਉਹ ਕਹਿੰਦੇ ਗੁਰ ਕੋ ਸ਼ਬਦ ਮੇਰਾ ਹਿਰਦੈ ਬਸਿਓ, ਗੁਰੂ ਦਾ ਸ਼ਬਦ ਸਾਡੇ ਹਿਰਦੇ ਦੇ ਵਿੱਚ ਵਸ ਗਿਆ, ਤੇ ਗੁਰੂ ਦੇ ਸ਼ਬਦ ਦੇ ਹਿਰਦੇ ਦੇ ਵਿੱਚ ਵਸਣ ਸਦਕਾ ਜੀਵਨ ਦੇ ਅੰਦਰ ਫਿਰ ਅੱਗੇ ਤਬਦੀਲੀ ਆਉਂਦੀ ਹੈ। ਜੀਵਨ ਦੇ ਅੰਦਰ ਬਦਲਾਓ ਆਇਆ, ਤੇ ਉਸ ਬਦਲਾਓ ਦੀ ਬਰਕਤ ਸਦਕਾ ਜਿਹੜੇ ਜਿਹੜੇ ਅੰਦਰ ਅਗਿਆਨਤਾ ਦੇ ਪਰਦੇ ਸਨ, ਹੰਕਾਰ ਦੇ ਪਰਦੇ ਸਨ, ਭਰਮ ਦੇ ਪਰਦੇ ਸਨ, ਉਹ ਗੁਰੂ ਦੇ ਸ਼ਬਦ ਦੀ ਬਰਕਤ ਤੇ ਵਾਹਿਗੁਰੂ ਦੀ ਰਹਿਮਤ ਦੀ ਕਿਰਪਾ ਬਰਕਤ ਸਦਕਾ ਸਾਰਾ ਕੁਝ ਖਤਮ ਹੁੰਦਾ ਗਿਆ। ਅਖੀਰ 'ਚ ਮਹਾਰਾਜ ਜੀ ਦੇ ਬਚਨ ਕਹਿੰਦੇ ਪੇਖਿਓ ਲਾਲਨ ਪਾਟ ਬੀਚ ਖੋਇਓ। ਪਾਟ ਦਾ ਮਤਲਬ ਹੈ ਜਿਹੜਾ ਵਿੱਚ ਪਰਦਾ ਸੀ ਨਾ, ਉਹ ਪਰਦਾ ਹੁਣ ਹਟ ਗਿਆ। ਤੇ ਜਦੋਂ ਉਹ ਪਰਦਾ ਹਟ ਗਿਆ, ਹੁਣ ਪਤਾ ਲੱਗਿਆ ਨਾਲ ਹੀ ਤੇ ਮਾਲਕ ਬੈਠਾ ਸੀ, ਪਰ ਵਿੱਚ ਪਰਦਾ ਸੀ, ਜਿਸ ਕਰਕੇ ਉਹ ਮਾਲਕ ਦਿਸ ਨਹੀਂ ਸੀ ਰਿਹਾ। ਹੁਣ ਪਰਦੇ ਦੇ ਹਟਣ ਕਰਕੇ ਮਾਲਕ ਦੇ ਦੀਦਾਰ ਦਰਸ਼ਨ ਹੋ ਗਏ ਨੇ। ਪੇਖਿਓ ਲਾਲਨ ਪਾਟ ਬੀਚ ਖੋਇਓ। ਅਗਲੀ ਗੱਲ ਮਹਾਰਾਜ ਕਹਿੰਦੇ ਆਨੰਦ ਚਿੱਤਾ ਹਰਖੇ ਪਤੀਨ। ਹੁਣ ਆਨੰਦ ਚਿੱਤ ਦੇ ਵਿੱਚ, ਮਨ ਦੇ ਵਿੱਚ ਆਨੰਦ ਹੀ ਆਨੰਦ ਹੈ, ਕਿਉਂਕਿ ਮਾਲਕ ਨੂੰ ਵੇਖ ਲਿਆ। ਮਾਲਕ 'ਚ ਅਸੀਂ ਮਿਲ ਗਏ, ਸਾਡੇ 'ਚ ਮਾਲਕ ਮਿਲ ਗਿਆ, ਹੁਣ ਇੱਕ ਰੂਪ ਹੋ ਗਏ। ਹੁਣ ਆਨੰਦ ਚਿੱਤਾ ਹਰਖੇ ਪਤੀਨ। ਹੁਣ ਚਿੱਤ ਬੜੇ ਆਨੰਦ ਦੇ ਵਿੱਚ ਹੈ, ਹਰਖ ਦੇ ਵਿੱਚ ਹੈ, ਖੇੜੇ ਦੇ ਵਿੱਚ ਹੈ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਤੀਨ। ਕਹਿੰਦੇ ਹੁਣ ਤੇ ਇਹ ਘਰ ਸਰੀਰ ਰੂਪੀ ਘਰ ਮੇਰਾ ਘਰ ਨਹੀਂ ਰਿਹਾ, ਹੁਣ ਇਹ ਮਾਲਕ ਦਾ ਘਰ ਹੀ ਬਣ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਠਾਕੁਰ। ਹੁਣ ਉਹੀ ਇਸ ਘਰ ਦਾ ਮਾਲਕ ਹੈ, ਤੇ ਜਿਹੜੇ ਘਰ 'ਚ ਉਹ ਵਰਤ ਰਿਹਾ ਹੈ, ਉਸ ਘਰ ਦੇ ਵਿੱਚ ਤੇ ਆਨੰਦ ਹੀ ਆਨੰਦ ਹੈ। ਉੱਥੇ ਕੋਈ ਸੋਗ ਨਹੀਂ ਹੈ, ਕੋਈ ਰੋਗ ਨਹੀਂ ਹੈ, ਕੋਈ ਵਿਪਤਾ ਨਹੀਂ ਹੈ, ਕੋਈ ਮੁਸੀਬਤ ਨਹੀਂ ਹੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਜਿਹੜਾ ਆਨੰਦ ਹੈ, ਜਾਂ ਆਨੰਦ ਦਾ ਸਿਖਰ ਹੈ, ਜਾਂ ਆਨੰਦ ਦੀ ਅਵਸਥਾ ਹੈ, ਇਹ ਗੁਰੂ ਰਾਹੀਂ ਇਹਨੂੰ ਜਾਣਿਆ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ, ਤੇ ਪਾਇਆ ਜਾ ਸਕਦਾ ਹੈ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਜਿਨ੍ਹਾਂ ਤੇ ਗੁਰੂ ਕਿਰਪਾ ਕਰਦੇ ਨੇ, ਗੁਰੂ ਦੀ ਰਹਿਮਤ ਬਖਸ਼ਿਸ਼ ਵਰਤ ਜਾਂਦੀ ਹੈ, ਉਹ ਫਿਰ ਆਨੰਦ ਨੂੰ ਜਾਣ ਵੀ ਲੈਂਦੇ ਨੇ, ਤੇ ਉਹ ਸਦਾ ਆਨੰਦ ਦੇ ਵਿੱਚ ਵਿਚਰਦੇ ਹਨ। ਹਮੇਸ਼ਾ ਹੀ ਭਾਈ ਮਰਦਾਨਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਰਹੇ। ਹੁਣ ਗੁਰੂ ਨਾਨਕ ਸਾਹਿਬ ਤੇ ਵੇਖੋ ਪਰਮੇਸ਼ਰ ਦੇ ਘਰ ਤੋਂ ਆਏ ਸਨ ਸੰਸਾਰ ਦੇ ਉਧਾਰ ਦੇ ਲਈ, ਜਾਂ ਏਦਾਂ ਕਹਿ ਲਈਏ ਕਿ ਉਹ ਤੇ ਆਪ ਪਰਮੇਸ਼ਰ ਹਨ। ਪਰ ਜਦੋਂ ਉਹ ਸੰਸਾਰ ਅੰਦਰ ਵਿਚਰਦੇ ਹਨ, ਤੇ ਕਿੰਨਾ ਕੁਝ ਉਹਨਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ।
कोई आखै भूतना को कहे बेताला, कोई आखै आदमी नानक विचारा। किन्नियां थावां ते गुरु नानक महाराज सच्चे पातशाह जी उन्हां नूं लोगां दे पत्थर भी खाने पे। हालांकि सतगुरु भला ही करना चाहते सन, पर जिहड़ी गल महाराज कहंदे तुम करो भला हम भलो ना जाने। मालक जी तुसी तां साडा भला करदे हो, पर साडी ऐसी अज्ञानी मत है जिहड़ा साडे ही भले दे लई बैठा सी उसे नूं पत्थर मारन ते उतर आउंदे। सतगुरु ने हस के पत्थर भी खा ले। ते कल्ले गुरु नानक महाराज ने वेखो पत्थर नहीं खाधे, बराबर पत्थर भाई मरदाने नूं भी खाने पे। जे रेत आका हार कर रोड़ा दी गुर करी विछाई, ए विपता ए मुश्किलां ए परेशानियां गुरु नानक ने अपने पिंडे ते हंडाइयां ते भाई मरदाने भी हंडाइयां। हुण गुरु नानक जी दा इन्हां चीज़ां नूं तन ते हंडाउणा कोई वड्डी गल नहीं सी, क्योंकि वो तां ये गल जाणदे सन कि सानू ये सारा कुछ अपने पिंडे ते हंडाउणा पवेगा। ते वो तां परमेश्वर रूप सन, आए ही एक मकसद लई सन, पर सारा कुछ अपने पिंडे ते हंडाउंदियां होया मरदाना जी दा अडोल रहना बड़ी वड्डी गल है, उन्हां दा नां डोलना बड़ी वड्डी गल है, क्योंकि वो तां साडी तरह आम इंसान ही हन। ते इंसान दे आम बंदे दे डोलण ते भटकण दा पल पल चांस बनिया रहिंदा। बंदा किसी भी वक्त डोल सकदा है, किसी वक्त भी थिड़क सकदा है। पर धन भाई मरदाना करीबन 50-55 साल गुरु नानक महाराज जी की शरण दे विच रहे हैं। कौडे वर्गियां दे हाथ पहला भाई मरदाना ही आया सी, गुरु नानक ने ते बचाया है। पर भाई मरदाने सारा कुछ अपने आप ते हंडाउंदियां भी कदे गुरु नानक महाराज तो मूँह ना मोड़िया। कारण की सी? गुरु ने अंदर आनंद वरता दिता सी। गुरु ने अंदर उस उच्चे सिखर ते पहुँचा दिता सी जिथे दुख हुण दुख लगदा ही नहीं है। जां आपां जिवें धन गुरु तेग बहादुर साहब हन ते नाल गुरु के 3 सिख हन। धन गुरु तेग बहादुर महाराज ते वेखो उन्हां दा शहीद होना तां ठीक है, उते गुरु हन, पर भाई मती दास, भाई सती दास, भाई दयाला किन्ना कुछ उन्हां ने अपने आप ते सहारिया है। पर धन ने वो गुरु के सिख जिहड़े कहंदे आरा प्यारा लगत है कारा करो बनाए, सिर जाए तां जाए मेरा सिखी सिदक ना जाए। हुण क्यों उन्हां नूं भी आरा डुला नहीं सकिया? क्यों उन्हां नूं उबलदी देग डुला नहीं सकी, बलदी अग थिड़का नहीं सकी? क्योंकि गुरु ने रहमत महरामत करके उन्हां नूं आनंद दे सिखर ते पहुँचा दिता सी। उन्होंने आनंद गुरु ते जानिया, गुरु राही आनंद नूं समझ भी लिया सी ते गुरु दी किरपा सदका वो आनंद नूं माणदे भी पए सन। इसे करके उन्होंने तन दे दुख दी परवाह नहीं कीती है। महाराज कहंदे जानिया आनंद सदा गुरते, किरपा करे प्यारिया, कर किरपा किलविख कट्टे ज्ञान अंजन सारिया। गुरु जदों किरपा वरताउंदे ने ते सब तो पहले नंबर ते की हुंदा है? किलविख कट्टे। किलविख दा मतलब है पाप। गुरु साडे जीवन चो पाप मुकाउंदे ने, पापी बिरती मुकाउंदे हन। दूजियां प्रति माड़ी सोच मन च रखण वाली जिहड़ी बिरती है, क्योंकि अपराध दा जन्म पाप तो हुंदा है। अपराध बंदा तन करके करदा है, पाप है जो मन अंदर माड़ी विचार माड़ा फुरना बनया है। संसारी तौर ते बंदे नूं वेखो सजा उदों मिलदी है जदों बंदा अपराध करदा है, पर धर्म बंदे नूं उत्थे पकड़दा है जिथे बंदा पापी है। महाराज कहंदे जे बंदा पापी ना होवे ते बंदा अपराधी भी नहीं होएगा। इसे करके धर्म दी गुरबाणी दी जिहड़ी सिक्ख्या है वो वार वार मन नूं संबोधन करके दिती हुई सिक्ख्या है, क्योंकि पाप दा जिहड़ा जन्म है वो मन चों हुंदा है। पहला मन च दूजे प्रति माड़ी सोच पैदा हुंदी है, तन करके एक्शन ते बंदा उदों बाद लैंदा है। इसे करके गुरु कहंदे पर का बुरा ना राखो चीत, तुमको दुख नहीं भाई मीत। तू अपने चित्त च दूजे दा माड़ा रख के बाद च एक्शन करेगा, दूजे दा माड़ा करेगा, उदों बाद वो जवाब देवेगा, बराबर तेनू भी दुख सहना पएगा।
ਤੇ ਜੇ ਪਹਿਲਾਂ ਤੇਰੇ ਮਨ 'ਚ ਹੀ ਦੂਜੇ ਪ੍ਰਤੀ ਮਾੜਾ ਵਿਚਾਰ ਪੈਦਾ ਨਾ ਹੋਏਗਾ, ਨਾ ਤੂੰ ਦੂਜੇ ਦਾ ਮਾੜਾ ਕਰੇਗਾ, ਨਾ ਦੂਜਾ ਤੇਰਾ ਮਾੜਾ ਕਰੇਗਾ, ਨਾ ਉਹ ਦੁਖੀ ਤੇ ਨਾ ਤੂੰ ਦੁਖੀ। ਸੋ ਗੁਰੂ ਮਨ ਨੂੰ ਪਾਪ ਤੋਂ ਮੁਕਤ ਕਰਦੇ ਹਨ, ਮਨ ਨੂੰ ਅਵਗੁਣਾ ਤੋਂ ਮੁਕਤ ਕਰਦੇ ਹਨ। ਕਰ ਕਿਰਪਾ ਕਿਲ ਵਿਖ ਕੱਟੇ, ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਸਾਡੇ ਅੰਦਰ ਆਨੰਦ ਦਾ ਵਰਤਾਰਾ ਵਰਤੇ, ਸਾਡਾ ਮਨ ਆਨੰਦ ਹੀ ਆਨੰਦ ਅਵਸਥਾ 'ਚ ਪਹੁੰਚੇ, ਉਹਦੇ ਲਈ ਜ਼ਰੂਰੀ ਹੈ ਸਭ ਤੋਂ ਪਹਿਲਾਂ ਸਾਡੇ ਅੰਦਰ ਦਾ ਪਾਪ ਮੁਕਤ ਹੋਣਾ, ਸਾਡੇ ਮਨ ਦਾ ਪਾਪ ਤੋਂ ਰਹਿਤ ਹੋਣਾ। ਤੇ ਅੰਦਰ ਸਾਡਾ ਪਾਪ ਤੋਂ ਰਹਿਤ ਹੋ ਸਕਦਾ ਹੈ ਗੁਰੂ ਦੀ ਕਿਰਪਾ ਬਖਸ਼ਿਸ਼ ਸਦਕਾ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਫਿਰ ਗੁਰੂ ਜਦੋਂ ਅੰਦਰ ਦੇ ਕਿਲਵਿਖ ਕੱਟਦੇ ਹਨ, ਦੂਜੇ ਨੰਬਰ ਤੇ ਗੁਰੂ ਕਿਰਪਾ ਕਰਕੇ ਆਪਣੇ ਗਿਆਨ ਦਾ ਸੁਰਮਾ ਬਖਸ਼ਿਸ਼ ਕਰਦੇ ਹਨ, ਗਿਆਨ ਦੀ ਦਾਤ ਬਖਸ਼ਦੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇੱਕ ਹੈ ਬਾਹਰੀ ਤੌਰ ਤੇ ਸੰਸਾਰੀ ਗਿਆਨ, ਜੋ ਬੰਦਾ ਬਾਹਰੋਂ ਪੁਸਤਕਾਂ ਕਿਤਾਬਾਂ ਗ੍ਰੰਥ ਪੜ੍ਹ ਕੇ ਹਾਸਲ ਕਰਦਾ। ਇੱਕ ਹੈ ਅੰਦਰੂਨੀ ਅਨੁਭਵੀ ਗਿਆਨ, ਉਹ ਅੰਦਰ ਦਾ ਜਿਹੜਾ ਗਿਆਨ ਪ੍ਰਗਟ ਹੋਣਾ ਹੈ, ਉਹ ਗੁਰੂ ਦੀ ਕਿਰਪਾ ਸਦਕਾ ਹੀ ਅੰਦਰ ਤੋਂ ਗਿਆਨ ਦੇ ਝਰਨੇ ਚੱਲਦੇ ਹਨ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਉਹ ਅੰਦਰ ਦਾ ਜਿਹੜਾ ਅਨੁਭਵੀ ਗਿਆਨ ਹੈ ਗੁਰੂ ਤੋਂ ਬਿਨਾਂ ਪ੍ਰਗਟ ਨਹੀਂ ਹੋ ਸਕਦਾ। ਫਿਰ ਅੱਗੇ ਮਹਾਰਾਜ ਕਹਿੰਦੇ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਜਿੰਨੀ ਦੇਰ ਤੱਕ ਬੰਦਾ ਮੋਹ ਦੀ ਪਕੜ 'ਚ ਹੋਏਗਾ ਨਾ, ਉਹਦੇ ਬੋਲ ਵੀ ਉਸੇ ਤਰ੍ਹਾਂ ਦੇ ਹੋਣਗੇ, ਮੋਹ ਗਰਸੇ ਹੋਏ ਬੋਲ, ਮੋਹ ਤੋਂ ਪ੍ਰਭਾਵਿਤ ਬੋਲ। ਤੇ ਜਦੋਂ ਬੰਦਾ ਮੋਹ 'ਚ ਫਸਿਆ ਹੋਵੇ, ਫਿਰ ਸੋਚ ਕੇਵਲ ਉੱਥੋਂ ਤੱਕ ਸੀਮਤ ਹੁੰਦੀ ਹੈ ਜਿੱਥੇ ਮੋਹ ਦੀ ਪਕੜ ਹੈ। ਜਿਨ੍ਹਾਂ ਦੇ ਨਾਲ ਮੋਹ ਦੀਆਂ ਤੰਦਾਂ ਹਨ, ਉਹਨਾਂ ਦੇ ਭਲੇ ਦੇ ਲਈ ਬੰਦਾ ਬੇਨਤੀਆਂ ਕਰਦਾ ਹੈ, ਉਹਨਾਂ ਦੇ ਭਲੇ ਦੇ ਲਈ ਬੰਦਾ ਯਤਨ ਕਰਦਾ ਹੈ ਜਿਨ੍ਹਾਂ ਦੇ ਨਾਲ ਮੋਹ ਹੈ। ਪਰ ਜਿਨ੍ਹਾਂ ਦੇ ਮਨ 'ਚੋਂ ਇਹ ਮੋਹ ਦੇ ਸੰਗਲ ਕੱਟੇ ਜਾਂਦੇ ਨੇ, ਮੋਹ ਦੀਆਂ ਜੰਜੀਰਾਂ ਕੱਟੀਆਂ ਜਾਂਦੀਆਂ ਨੇ, ਜਿਹੜੇ ਮੋਹ ਦੇ ਚਿੱਕੜ ਤੋਂ ਉੱਪਰ ਨਿਕਲ ਜਾਂਦੇ ਹਨ ਨਾ, ਉਹ ਫਿਰ ਸਭ ਦਾ ਹੀ ਭਲਾ ਮੰਗਦੇ ਨੇ। ਭਾਵੇਂ ਕੋਈ ਬੁਰਾ ਵੀ ਕਰ ਰਿਹਾ ਹੈ, ਉਹਦਾ ਵੀ ਭਲਾ। ਵੈਸੇ ਸਧਾਰਨ ਨਜ਼ਰੀਏ ਤੇ ਵੇਖੋ, ਕੋਈ ਸਾਡੇ ਨਾਲ ਮਾੜਾ ਵਿਹਾਰ ਕਰੇ ਜਾਂ ਸਾਡੇ ਬੱਚਿਆਂ ਦੇ ਨਾਲ ਕੋਈ ਮਾੜਾ ਵਿਹਾਰ ਕਰੇ, ਤੇ ਕਿਉਂਕਿ ਬੱਚਿਆਂ ਦੇ ਨਾਲ ਹਰ ਇੱਕ ਦਾ ਮੋਹ ਹੁੰਦਾ ਹੈ, ਪਿਆਰ ਹੈ, ਮਮਤਾ ਦੀ ਖੇਡ ਹੈ, ਤੇ ਜਿਹੜਾ ਸਾਡੇ ਬੱਚੇ ਨੂੰ ਮਾੜਾ ਕਵੇਗਾ ਉਹ ਸਾਨੂੰ ਚੰਗਾ ਨਹੀਂ ਲੱਗਦਾ, ਉਹਦੇ ਭਲੇ ਦੇ ਬੋਲ ਅਸੀਂ ਫਿਰ ਨਹੀਂ ਕਹਿੰਦੇ ਹਾਂ। ਪਰ ਜਿਹੜੀ ਗੱਲ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨਾ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਉਹਦੀ ਮਿਸਾਲ ਆਪਾਂ ਇਤਿਹਾਸ 'ਚੋਂ ਵੇਖ ਸਕਦੇ ਹਾਂ। ਮੀਰ ਮੰਨੂ ਬੀਬੀਆਂ ਮਾਤਾਵਾਂ ਨੂੰ ਆਪਣੀ ਜੇਲ੍ਹ ਦੇ ਅੰਦਰ ਬੰਦ ਕਰਦਾ ਹੈ, ਔਰ ਬੜਾ ਜ਼ੁਲਮ ਕੀਤਾ ਜਾਂਦਾ ਹੈ ਮਾਤਾਵਾਂ ਦੇ ਉੱਪਰ। ਸਾਰੀ ਦਿਹਾੜੀ ਭੁੱਖਿਆਂ ਰੱਖਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਬਸ ਚੱਕੀ ਪੀਂਦੀਆਂ ਰਹੋ, ਚੱਕੀ ਪੀਂਦੀਆਂ ਰਹੋ, ਖੰਨੀ ਖੰਨੀ ਬੁਰਕੀ ਬੁਰਕੀ ਰੋਟੀ ਦੇਣੀ ਜੇ ਦੇਣੀ। ਪਰ ਉਹ ਮਾਵਾਂ ਤਾਂ ਵੀ ਸਿਦਕ ਦੇ ਵਿੱਚ ਅਟਲ ਤੇ ਅਡੋਲ ਰਹੀਆਂ। ਇਹਨਾਂ ਦੁੱਖ ਉਹਨਾਂ ਨੇ ਸਹਾਰਿਆ, ਭੁੱਖਣ ਭਾਣੇ ਸਾਰੀ ਸਾਰੀ ਦਿਹਾੜੀ ਚੱਕੀਆਂ ਚਲਾਈਆਂ। ਮੀਰ ਮੰਨੂ ਦਾ ਕਲੇਜਾ ਸ਼ਾਂਤ ਨਾ ਹੋਇਆ। ਉਹ ਕਹਿਣ ਲੱਗਾ ਇਹਨਾਂ ਨੂੰ ਹੋਰ ਦੁੱਖ ਦੇਣਾ ਹੈ, ਇਹਨਾਂ ਨੂੰ ਹੋਰ ਦੁੱਖ ਦੇਣਾ ਹੈ। ਫਿਰ ਉਹ ਜ਼ਾਲਮ ਕੀ ਕਰਦਾ ਹੈ, ਮਾਤਾਵਾਂ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਨੇਜਿਆਂ ਤੇ ਬਰਸ਼ਿਆਂ ਤੇ ਪਰੋਇਆ ਜਾਂਦਾ ਹੈ, ਟੰਗਿਆ। ਉੱਪਰ ਨੂੰ ਬੱਚੇ ਨੂੰ ਸੁੱਟਣਾ, ਥੱਲੇ ਬਰਸ਼ਾ ਨੇਜਾ ਨੰਗੀ ਸ਼ਮਸ਼ੀਰ ਕਰਕੇ ਤੇ ਜਿਉਂਦੇ ਬੱਚੇ ਨੂੰ ਨੇਜੇ ਬਰਸ਼ੇ ਦੇ ਵਿੱਚ ਪਰੋ ਦੇਣਾ। ਫਿਰ ਇੱਥੇ ਹੀ ਬਸ ਨਹੀਂ, ਉਦੋਂ ਬਾਅਦ ਵੀ ਬੱਚਿਆਂ ਦੇ ਟੁਕੜੇ ਟੁਕੜੇ ਮੀਰ ਮੰਨੂ ਉਹ ਮਾਵਾਂ ਦੇ ਸਾਹਮਣੇ ਜ਼ਾਲਮ ਜ਼ੁਲਮ ਦੀ ਇੰਤਹਾ ਕਰਦਿਆਂ ਹੋਇਆਂ ਕਰਦਾ ਹੈ। ਧੰਨ ਉਹ ਮਾਵਾਂ, ਧੰਨ ਉਹਨਾਂ ਦਾ ਸਿਦਕ, ਗਲਾਂ 'ਚ ਉਹਨਾਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਜ਼ਾਲਮ ਪਾਉਂਦਾ ਹੈ। ਪਰ ਇਹ ਮਾਵਾਂ ਭੈਣਾਂ ਬੀਬੀਆਂ
ਸਾਰੀ ਸਾਰੀ ਦਿਹਾੜੀ ਚੱਕੀ ਚਲਾਉਂਦੀਆਂ ਨੇ, ਗਲਾਂ 'ਚ ਆਪਣੇ ਹੀ ਬੱਚਿਆਂ ਦੇ ਟੁਕੜਿਆਂ ਦੇ ਬਣਾਏ ਹੋਏ ਹਾਰ ਪਏ ਨੇ। ਤੇ ਜਦੋਂ ਸ਼ਾਮਾਂ ਨੂੰ ਰਲ ਮਿਲ ਕੇ ਸੋਦਰ ਦਾ ਪਾਠ ਕਰਦੀਆਂ ਨੇ ਭੈਣਾਂ ਮਾਵਾਂ, ਤੇ ਫਿਰ ਵੇਖੋ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਫਿਰ ਉਹ ਸਵਰੇ ਹੋਏ ਸ਼ਬਦ ਕਿੱਦਾਂ ਬੋਲਦੀਆਂ। ਉੱਥੇ ਵੀ ਕਿਸੇ ਦਾ ਮਾੜਾ, ਮੀਰ ਮਨੂੰ ਵਰਗੇ ਜ਼ਾਲਮ ਦਾ ਵੀ ਮਾੜਾ ਨਹੀਂ ਕਿ ਮਾਲਕ ਜੀ ਇਹਨੂੰ ਤਬਾਹ ਕਰ ਦਵੋ, ਨਾਸ਼ ਕਰ ਦਵੋ, ਕੋਈ ਇੱਦਾਂ ਦੀ ਅਰਦਾਸ ਨਹੀਂ ਹੈ। ਉਹ ਫਿਰ ਵੀ ਇਹੀ ਅਰਦਾਸ ਕਰਦੀਆਂ, ਦਾਤਾ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ, ਸੁੱਖ ਦੇ ਨਾਲ ਬਤੀਤ ਹੋਇਆ, ਰਹਿਣ ਆਈ ਹੈ ਆਪਣੇ ਭਾਣੇ 'ਚ ਰੱਖ ਕੇ ਬਤੀਤ ਕਰਵਾਉਣਾ। ਤੇ ਅਖੀਰ 'ਚ ਲਫ਼ਜ਼ ਕਿਹੜੇ ਵਰਤੇ ਜਾਂਦੇ ਹਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉੱਥੇ ਵੀ ਐਨ ਸਰਬੱਤ ਦੇ ਭਲੇ ਵਾਲੇ ਹੀ ਬੋਲ ਬੋਲਣੇ ਹਨ। ਇਹ ਹੈ ਉਹਨਾਂ ਦੀ ਬਿਰਤੀ ਜਿਨ੍ਹਾਂ ਦੇ ਅੰਦਰ ਤੋਂ ਮੋਹ ਟੁੱਟ ਗਿਆ। ਤੇ ਵੈਸੇ ਵੀ ਵੇਖੋ, ਜੇ ਬਾਹਰੀ ਤੌਰ ਤੇ ਵੀ ਇਨਸਾਫ ਦੀ ਗੱਲ ਕਰੀਏ ਨਾ, ਤੇ ਮੋਹ 'ਚ ਫਸਿਆ ਹੋਇਆ ਬੰਦਾ ਇਨਸਾਫ ਨਹੀਂ ਕਰ ਪਾਉਂਦਾ ਹੈ। ਮੋਹ 'ਚ ਬੰਧਿਆ ਹੋਇਆ ਬੰਦਾ ਚਾਹੁੰਦਾ ਹੈ ਬਸ ਮੇਰੀ ਔਲਾਦ ਭਾਵੇਂ ਜਿੱਦਾਂ ਦੀ ਮਰਜ਼ੀ ਵਿਗੜੀ ਤਿਗੜੀ ਹੈ, ਮੈਂ ਸਾਰਾ ਕੁਝ ਇਸੇ ਨੂੰ ਦੇਵਾਂ। ਜੇ ਅੱਜ ਅਸੀਂ ਆਪਣੇ ਪੰਥ ਦੀਆਂ ਵੱਡੀਆਂ ਸੰਸਥਾਵਾਂ ਦੀ ਗਿਰਾਵਟ ਦਾ ਕਾਰਨ ਵੀ ਵੇਖੀਏ ਤਾਂ ਵੱਡਾ ਕਾਰਨ ਇਹ ਵੀ ਹੈ। ਵੱਡਾ ਕਾਰਨ ਇਹੀ ਹੈ ਕਿ ਬਸ ਮੇਰੇ ਵਾਲੀ ਗੱਦੀ ਤੇ ਮੇਰਾ ਪੁੱਤ ਭਤੀਜਾ ਹੀ ਬੈਠੇ, ਬਸ ਤੀਜਾ ਬੰਦਾ ਨਾ ਕੋਈ ਬੈਠੇ। ਤੇ ਉਹ ਫਿਰ ਚੀਜ਼ ਬਰਬਾਦੀ ਵਾਲੇ ਪਾਸੇ ਖੜਦੀ ਆ। ਜਦੋਂ ਨਲਾਇਕ ਲੋਕਾਂ ਦੇ ਹੱਥ ਕਿਸੇ ਸੰਸਥਾ ਦੀ ਵਾਗਡੋਰ ਜਾਂਦੀ ਹੈ, ਉਹ ਆਪ ਤੇ ਆਪਣੇ ਆਪ ਨੂੰ ਬਰਬਾਦ ਕਰਦੇ ਹੀ ਨੇ, ਨਾਲ ਪੂਰੀ ਦੀ ਪੂਰੀ ਸੰਸਥਾ ਨੂੰ ਵੀ ਤਬਾਹ ਕਰ ਸੁੱਟਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਖਤ ਬਹਿ ਤਖਤ ਹੈ ਕਿ ਲਾਇਕ ਦਾ ਸਿਧਾਂਤ ਦਿੱਤਾ। ਗੁਰੂ ਨਾਨਕ ਜੀ ਦੇ ਪੁੱਤ ਮੌਜੂਦ ਸਨ, ਪਰ ਫਿਰ ਵੀ ਵੇਖਿਆ ਕਿ ਨਹੀਂ, ਇਹਨਾਂ ਤੋਂ ਲੈਣਾ ਉੱਤਮ ਹੈ। ਤੇ ਮਹਾਰਾਜ ਫਿਰ ਉਹਨਾਂ ਨੂੰ ਗੱਦੀ ਬਖਸ਼ਦੇ ਨੇ, ਜਿਹੜਾ ਗੁਰੂ ਨਾਨਕ ਜੀ ਨੂੰ ਲੱਗਦਾ ਹੈ ਕਿ ਇਹ ਗੱਦੀ ਸੰਭਾਲਣ ਦੇ ਯੋਗ ਹੈ। ਭਾਵ ਕੋਈ ਫੈਸਲਾ ਉਹ ਬੰਦਾ ਮੋਹ 'ਚ ਆ ਕੇ ਨਹੀਂ ਲੈਂਦਾ ਹੈ। ਜਿਸ ਬੰਦੇ ਤੇ ਗੁਰੂ ਦੀ ਕਿਰਪਾ ਵਰਤੀ, ਕਿਲਵਿਖ ਕੱਟਿਆ ਗਿਆ, ਗਿਆਨ ਅੰਜਨ ਅੰਦਰ ਵਰਤ ਗਿਆ, ਤੇ ਗੁਰੂ ਨੇ ਜਿਹਦਾ ਸ਼ਬਦ ਸੱਚਾ ਸਵਾਰਿਆ, ਜਿਹਦੇ ਸ਼ਬਦ ਨੂੰ ਵਿਚਾਰਧਾਰਾ ਨੂੰ ਗੁਰੂ ਨੇ ਸਵਾਰ ਦਿੱਤਾ। ਅਖੀਰ 'ਚ ਮਹਾਰਾਜ ਕਹਿੰਦੇ ਕਹਿ ਨਾਨਕੇ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਬਸ ਇਹੀ ਆਨੰਦ ਸਮਝੋ, ਜਿੱਥੇ ਜਾ ਕੇ ਬੰਦੇ ਦੀ ਇਨਸਾਫ ਵਾਲੀ ਬਿਰਤੀ ਬਣਦੀ ਹੈ, ਜਿੱਥੇ ਪਾਪ ਵਾਲੀ ਬਿਰਤੀ ਨਹੀਂ ਰਹਿੰਦੀ ਹੈ, ਜਿੱਥੇ ਜਾ ਕੇ ਅੰਦਰ ਗਿਆਨ ਦੇ ਸਿਖਰ ਤੇ ਪਹੁੰਚਦਾ ਹੈ, ਸੱਚ ਸੱਚ ਦਿਸਦਾ ਹੈ, ਝੂਠ ਝੂਠ ਦਿਸਦਾ। ਇਹ ਨਹੀਂ ਕਿ ਜਿਹਦੇ ਨਾਲ ਆਪਣਾ ਮੋਹ ਹੈ ਤੇ ਉਹਨਾਂ ਦਾ ਝੂਠ ਵੀ ਕਹੀ ਜਾਓ ਸੱਚ ਹੈ, ਤੇ ਜਿਨ੍ਹਾਂ ਦੇ ਨਾਲ ਆਪਣਾ ਪਿਆਰ ਨਹੀਂ ਹੈ ਤੇ ਉਹਨਾਂ ਦੇ ਸੱਚ ਨੂੰ ਵੀ ਝੂਠ ਹੀ ਬਣਾਈ ਜਾਓ। ਨਹੀਂ, ਮਹਾਰਾਜ ਕਹਿੰਦੇ ਫਿਰ ਉਹ ਬੰਦਾ ਐਨ ਇਨਸਾਫ ਵਾਲੇ ਨਜ਼ਰੀਏ ਵਾਲਾ ਬਣਦਾ ਹੈ, ਤੇ ਐਨ ਸੱਚ ਵਾਲੀ ਉਹ ਗੱਲ ਕਰਦਾ ਹੈ, ਜਿਹਦੇ ਤੇ ਗੁਰੂ ਦੀ ਕਿਰਪਾ ਵਰਤੀ ਤੇ ਜਿਹਦਾ ਸਿਖਰ ਜੀਵਨ ਆਨੰਦ ਦੇ ਸਿਖਰ ਤੇ ਪਹੁੰਚਿਆ ਹੈ। ਤੇ ਇਹ ਜੀਵਨ ਬਣਦਾ ਹੈ ਗੁਰੂ ਦੀ ਕਿਰਪਾ ਸਦਕਾ, ਆਨੰਦ ਨੂੰ ਸਮਝਿਆ ਜਾ ਸਕਦਾ ਹੈ। ਗੁਰੂ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਵਰਤਾਉਣ, ਗੁਰੂ ਕਾ ਸ਼ਬਦ ਹਿਰਦੇ 'ਚ ਵਸੇ, ਜੀਵਨ ਸਫਲ ਹੋਵੇ, ਆਨੰਦ ਦੀ ਦਾਤ ਮਿਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਦਬ ਸਹਿਤ ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।